सत श्री अकाल, नमस्ते जी आया ਨੂੰ ਬੱਚਿਓ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਲਰਨਿੰਗ ਪੰਜਾਬੀ ਵਿਦ ਮੋਹਿਤਾ ਵਿੱਚ। ਸੋ ਅੱਜ ਅਸੀਂ ਪੰਜਾਬੀ ਵਿਆਕਰਨ ਦਾ ਅਗਲਾ ਭਾਗ ਜਿਹੜਾ ਕਿ ਬਹੁਤ ਇੰਪੋਰਟੈਂਟ ਹੈ, ਜਿਸ ਦਾ ਨਾਮ ਹੈ ਕਿਰਿਆ, ਅੱਜ ਅਸੀਂ ਉਸ ਦਾ ਅਧਿਐਨ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਨਾਂਵ ਪੜ੍ਹ ਚੁੱਕੇ ਹਾਂ, ਪੜ੍ਹਨਾਂਵ ਪੜ੍ਹ ਚੁੱਕੇ ਹਾਂ, ਵਿਸ਼ੇਸ਼ਣ ਪੜ੍ਹ ਚੁੱਕੇ ਹਾਂ, ਕਰਮ ਪੜ੍ਹ ਚੁੱਕੇ ਹਾਂ। ਸੋ ਅੱਜ ਅਸੀਂ ਕਰਨ ਜਾ ਰਹੇ ਹਾਂ ਕਿਰਿਆ। ਕਿਰਿਆ ਜਿਸ ਨੂੰ ਕਿ ਇੰਗਲਿਸ਼ ਵਿੱਚ ਵਰਬ ਵੀ ਕਹਿੰਦੇ ਹਨ। ਕਿਸੇ ਵੀ ਵਾਕ ਵਿੱਚ ਜੋ ਕੰਮ ਹੋ ਰਿਹਾ ਹੁੰਦਾ ਹੈ ਉਸ ਨੂੰ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਰਾਮ ਪੜ੍ਹਦਾ ਹੈ, ਰਾਮ ਪੜ੍ਹਦਾ ਹੈ ਵਿੱਚ ਪੜ੍ਹਨਾ ਜਿਹੜਾ ਹੈ ਉਸ ਦੀ ਕਿਰਿਆ ਹੈ। ਉਹ ਨੱਚਦੀ ਹੈ, ਉਹ मतलब लड़की या लड़का कोई हो सकता, नचना की है उसकी किरिया है। मैं रोटी खाधी, मैं रोटी खाधी, मेरे मैं की काम किया, रोटी खाधी, ये मेरी किरिया है। सो किसी भी वाक विच जिहड़ा कोई काम हो रहा हुंदा है उसनूं असीं की कहने हाँ, किरिया। किरिया ਦੀਆਂ ਕਿਸਮਾਂ ਜਿਹੜੀਆਂ ਹਨ ਮੁੱਖ ਤੌਰ 'ਤੇ ਦੋ ਗਿਣੀਆਂ ਜਾਂਦੀਆਂ ਹਨ, ਅਕਰਮਕ ਅਤੇ ਸਕਰਮਕ ਕਿਰਿਆ। ਪਰ ਇਸ ਤੋਂ ਇਲਾਵਾ ਦੋ ਛੋਟੀਆਂ ਕਿਰਿਆਵਾਂ ਹਨ, ਜਿਵੇਂ ਸਸਰੰਗੀ ਅਤੇ ਸਹਾਇਕ ਕਿਰਿਆ। ਸੋ ਜੇ ਅਸੀਂ ਇਹਨਾਂ ਚਾਰਾਂ ਪ੍ਰਕਾਰਾਂ ਦੀ ਜਿਹੜੀ ਕਿਸਮਾਂ ਹਾਂ ਉਸ ਦਾ ਅਸੀਂ ਚੰਗੀ ਤਰ੍ਹਾਂ ਅਧਿਐਨ ਕਰਾਂਗੇ। ਤੁਹਾਨੂੰ ਕੋਈ ਵੀ ਅੱਗੇ ਤੁਸੀਂ ਕੰਮ ਕਰਦੇ ਹੋ ਪੰਜਾਬੀ ਵਿਆਕਰਨ ਦਾ, ਤੁਹਾਨੂੰ ਇਹ ਜਿਹੜੇ ਬੇਸਿਕਸ ਪੰਜਾਬੀ ਹੈਗੇ ਨੇ ਕਿ ਨਾਂਵ, ਪੜ੍ਹਨਾਂਵ, ਕਿਰਿਆ, ਵਿਸ਼ੇਸ਼ਣ, ਇਸ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਸੋ ਅੱਜ ਅਸੀਂ ਜੋ ਕਰਨ ਜਾ ਰਹੇ ਹਾਂ ਕਿਰਿਆ। ਕਿਸੇ ਕੰਮ ਦੇ ਕਰਨ ਜਾਂ ਹੋਣ ਦਾ ਜੋ ਸ਼ਬਦ ਗਿਆਨ ਕਰਾਉਂਦੇ ਹਨ ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਕਿਰਿਆ। ਜਿਨ੍ਹਾਂ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਜਾਂ ਪਤਾ ਲੱਗਦਾ ਹੈ ਕਿ ਕੰਮ ਹੋ ਰਿਹਾ ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਕਿਰਿਆ। ਪਹਿਲੀ ਹੈ ਅਕਰਮਕ ਕਿਰਿਆ। ਅਕਰਮਕ ਸ਼ਬਦ ਤੋਂ ਹੀ ਕਲੀਅਰ ਹੋ ਰਿਹਾ ਹੈ, ਅਕਰਮ ਜਿਸ ਦੇ ਨਾਲ ਕਰਮ ਨਹੀਂ ਹੈ। ਕਰਮ ਨੂੰ ਕੀ ਇੰਗਲਿਸ਼ 'ਚ ਕਹਿੰਦੇ ਹਨ, ਆਬਜੈਕਟਿਵ। ਜਿਸ ਦੇ ਨਾਲ ਕੋਈ ਆਬਜੈਕਟਿਵ ਨਹੀਂ ਹੈ, ਜਿਸ ਨਾਲ ਕਰਮ ਨਹੀਂ, ਉਹ ਕਿਹੜੀ ਹੈ, ਕਿਰਿਆ ਅਕਰਮਕ। ਯਾਨੀ ਕਿ ਇਸ ਦੀ ਪਰਿਭਾਸ਼ਾ ਕੀ ਬਣੀ, ਉਹ ਕਿਰਿਆ ਜਿਸ ਨਾਲ ਕਰਮ ਨਾ ਹੋਵੇ। ਜਿਸ ਵਾਕ ਵਿੱਚ ਕਿਰਿਆ ਹੈ, ਕਰਤਾ ਹੈ, ਲੇਕਿਨ ਕਰਮ ਨਹੀਂ ਹੈ, ਉਹ ਕੀ ਹੈ, ਅਕਰਮਕ ਕਿਰਿਆ। ਜਿਵੇਂ ਸੂਰਜ ਪੜ੍ਹਦਾ ਹੈ, ਸੂਰਜ ਕੀ ਹੈ, ਕਰਤਾ ਜੋ ਕਰਨ ਵਾਲਾ ਹੈ। ਪੜ੍ਹਦਾ ਹੈ, ਉਸ ਦੀ ਕੀ ਹੈ, ਪੜ੍ਹਨਾ ਕਿਰਿਆ ਹੈ। ਇਸ ਵਿੱਚ ਕੋਈ ਵੀ ਕਰਮ ਜਾਂ ਆਬਜੈਕਟਿਵ ਨਹੀਂ ਹੈ। ਸੂਰਜ ਹੈ ਕਰਤਾ ਜਿਹੜਾ ਕਰਨ ਵਾਲਾ, ਔਰ ਉਸ ਦੀ ਕਿਰਿਆ ਕੀ ਹੈ, ਪੜ੍ਹਨਾ। ਇਹ ਹੈ ਅਕਰਮਕ ਕਿਰਿਆ। ਫਿਰ ਆਉਂਦੀ ਹੈ ਸਕਰਮਕ ਕਿਰਿਆ। ਸਕਰਮਕ ਸ਼ਬਦ ਤੋਂ ਹੀ ਕਿਰਿਆ ਨਾਲ ਦਾ ਕਿਰਿਆ ਦਾ ਸ਼ਬਦ ਕਲੀਅਰ ਹੋ ਰਿਹਾ ਹੈ। ਸਕਰਮਕ ਜਿਸ ਦੇ ਨਾਲ ਕਰਮ ਹੋਵੇ, ਜਿਸ ਨਾਲ ਆਬਜੈਕਟਿਵ ਹੋ। ਉਹ ਕਿਰਿਆ ਜਿਸ ਨਾਲ ਕਰਮ ਵੀ ਹੋਵੇ, ਕਰਤਾ ਦੋਨੋਂ ਹੋਣ, ਉਹ ਕੀ ਹੈ, ਸਕਰਮਕ ਕਿਰਿਆ। ਪਹਿਲਾਂ ਅਸੀਂ ਅਕਰਮਕ ਪੜ੍ਹੀ ਸੀ, ਜਿਸ ਅਸੀਂ ਕਿਹਾ ਸੀ ਕਿ ਜਿਸ ਵਿੱਚ ਕਰਮ ਨਹੀਂ ਹੈਗਾ। ਸਕਰਮਕ ਕਿਰਿਆ ਜਿਸ ਵਿੱਚ ਕੀ ਕਰਮ ਹੈਗਾ ਹੈ। ਜਿਵੇਂ ਸੂਰਜ ਅਖਬਾਰ ਪੜ੍ਹਦਾ ਹੈ, ਸੂਰਜ ਕਰਤਾ ਹੈ, ਪੜ੍ਹਨਾ ਉਸ ਦੀ ਕਿਰਿਆ ਹੈ, ਔਰ ਅਖਬਾਰ ਕੀ ਹੈ, ਆਬਜੈਕਟਿਵ ਹੈ, ਕਰਮ। ਯਾਨੀ ਕਿ ਸੂਰਜ ਅਖਬਾਰ ਪੜ੍ਹਦਾ, ਸੂਰਜ ਪੁਸਤਕ ਪੜ੍ਹਦਾ ਹੈ, ਸੂਰਜ ਚਿੱਠੀ ਪੜ੍ਹਦਾ ਹੈ, ਉਹ ਸਭ ਕੀ ਆ ਜਾਣਗੇ, ਉਸ ਦਾ ਕਰਮ। ਸੋ ਅਕਰਮਕ ਕਿਰਿਆ ਕਿਹੜੀ ਹੈ, ਜਿਸ ਵਿੱਚ ਕਰਤਾ ਤਾਂ ਹੋਵੇ, ਕਿਰਿਆ ਤਾਂ ਹੋਵੇ, ਪਰ ਕਰਮ ਨਾ ਹੋਏ। ਲੇਕਿਨ ਸਕਰਮਕ ਕਿਰਿਆ ਕਿਹੜੀ ਹੈ, ਜਿਸ ਵਿੱਚ ਕਰਤਾ ਵੀ ਹੋਵੇ, ਕਿਰਿਆ ਵੀ ਹੋਵੇ, ਪਲੱਸ ਨਾਲ ਕਰਮ ਜਾਂ ਆਬਜੈਕਟਿਵ ਵੀ ਹੋਵੇ, ਉਹ ਕਿਹੜੀ ਹੈ, ਸਕਰਮਕ ਕਿਰਿਆ। ਅਕਰਮਕ ਕਿਰਿਆ, ਸਕਰਮਕ ਕਿਰਿਆ 'ਚ ਦੋਨਾਂ 'ਚ ਕੀ ਅੰਤਰ ਹੈ। ਅਕਰਮਕ ਜਿਸ ਵਿੱਚ ਕਰਮ ਨਹੀਂ ਹੈ, ਸਕਰਮਕ ਜਿਸ ਵਿੱਚ ਕਰਮ ਹੈ। ਜਿਵੇਂ ਅਕਰਮਕ ਸੀ ਕਿ ਸੂਰਜ ਪੜ੍ਹਦਾ ਹੈ, ਕੀ ਪੜ੍ਹਦਾ ਹੈ ਸਾਨੂੰ ਨਹੀਂ ਪਤਾ, ਇਸ ਲਈ ਉਹ 'ਚ ਕਰਮ ਨਹੀਂ ਹੈ, ਉਹ ਅਕਰਮਕ ਹੈ। ਸੂਰਜ ਅਖਬਾਰ ਪੜ੍ਹਦਾ, ਕਿਤਾਬ ਪੜ੍ਹਦਾ, ਕੁਝ ਵੀ ਪੜ੍ਹਦਾ ਹੈ, ਕਰਮ ਆ ਗਿਆ, ਉਹ ਕਿਹੜੀ ਹੋਗੀ, ਸਕਰਮਕ ਕਿਰਿਆ। ਫਿਰ ਤੀਸਰੀ ਆਉਂਦੀ ਹੈ ਸਸਰੰਗੀ ਕਿਰਿਆ। ਸਸਰੰਗੀ ਕਿਰਿਆ ਜਿਸ ਤਰ੍ਹਾਂ ਤੁਸੀਂ ਕੋਈ ਵੀ ਵਾਕ ਲਿਖਦੇ ਹੋ, ਉਹ ਪੜ੍ਹਦਾ ਹੈ, ਉਹ ਨੱਚਦੀ ਹੈ, ਉਹ ਕੱਲ੍ਹ ਗਏ ਸੀ, ਉਹ ਕੱਲ੍ਹ ਗਿਆ ਸੀ, ਅਸੀਂ ਕੱਲ੍ਹ ਨੱਚੇ ਸਾਂ, ਉਹ ਸਾਰੀਆਂ ਕੁੜੀਆਂ ਨੱਚਦੀਆਂ ਸਨ। ਵਾਕ ਦੇ ਅਖੀਰ ਵਿੱਚ ਜਿਹੜਾ ਹੈ, ਹਨ, ਸੀ, ਸਨ ਆਦਿ ਸ਼ਬਦ ਆਉਂਦੇ ਹਨ, ਉਹ ਕੀ ਹੈ, ਸਸਰੰਗੀ ਕਿਰਿਆ। ਜਿਵੇਂ ਮੈਂ ਕੱਲ੍ਹ ਸਕੂਲ ਗਿਆ ਸੀ, ਜਿਹੜਾ ਅਖੀਰਲਾ ਸ਼ਬਦ ਆ ਗਿਆ, ਸੀ, ਹੈ, ਸੀ, ਸਨ, ਇਹ ਸਭ ਕੀ ਹਨ, ਸਸਰੰਗੀ ਕਿਰਿਆ। ਫਿਰ ਹੈ ਸਹਾਇਕ ਕਿਰਿਆ। ਸਹਾਇਕ ਹੁੰਦੀ ਜਿਹੜੀ ਮਦਦ ਕਰਨ ਵਾਲੀ ਕਿਰਿਆ। ਜਦੋਂ ਸਸਰੰਗੀ ਕਿਰਿਆ ਕਿਸੇ ਹੋਰ ਨਾਲ ਮਿਲ ਕੇ ਕਾਲ ਦਾ ਪ੍ਰਗਟ ਕਰੇ। ਕਾਲ 3 ਪ੍ਰਕਾਰ ਦੇ ਹੁੰਦੇ ਹਨ, ਭੂਤਕਾਲ, ਭਵਿੱਖ ਕਾਲ, ਵਰਤਮਾਨ ਕਾਲ। ਜੋ ਬੀਤ ਗਿਆ ਉਹ ਭੂਤਕਾਲ, ਜੋ ਚੱਲ ਰਿਹਾ ਹੈ ਵਰਤਮਾਨ ਕਾਲ, ਜੋ ਆਏਗਾ ਭਵਿੱਖ ਕਾਲ। ਸੋ ਸਹਾਇਕ ਕਿਰਿਆ ਜੋ ਸਸਰੰਗੀ ਕਿਰਿਆ ਦੇ ਨਾਲ ਲੱਗ ਕੇ ਉਸਦੇ ਕਾਲ ਬਾਰੇ ਦੱਸੇ। ਜਿਵੇਂ ਰਾਮ ਗਾਉਂਦਾ ਸੀ, ਰਾਮ ਗਾਉਂਦਾ ਸੀ, ਸੀ ਤੇ ਸਸਰੰਗੀ ਕਿਰਿਆ, ਪਰ ਇਹਨੇ ਤੁਹਾਨੂੰ ਕੀ ਦੱਸ ਦਿੱਤਾ ਕਿ ਗਾਉਂਦਾ ਸੀ ਇਹ ਭੂਤਕਾਲ ਹੈ। ਉਹ ਖੇਡਦੀ ਹੈ ਦਾ ਮਤਲਬ ਵਰਤਮਾਨ ਚੱਲ ਰਿਹਾ ਹੈ। ਕੀ ਕਰ ਰਹੇ ਹੋ, ਵਰਤਮਾਨ ਚੱਲ ਰਿਹਾ। ਜਾਂ ਅਸੀਂ ਪੁੱਛੇ ਕੱਲ ਕੀ ਕਰੋਗੇ, ਠੀਕ ਹੈ, ਉਹ ਭਵਿੱਖ ਹੋ ਗਿਆ। ਸੋ ਸਹਾਇਕ ਕਿਰਿਆ ਉਹ ਹੈ ਜਦੋਂ ਸਸਰੰਗੀ ਕਿਰਿਆ ਨਾਲ ਆ ਕੇ ਉਹ ਕਾਲ ਬਾਰੇ ਦੱਸੇ, ਉਹ ਸਹਾਇਕ ਕਿਰਿਆ ਹੈ। ਉਮੀਦ ਕਰ ਰਹੀ ਹੈ ਤੁਹਾਨੂੰ ਕਿਰਿਆ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਮਿਲ ਗਈ ਹੋਏਗੀ। ਫਿਰ ਵੀ ਜੇ ਕੋਈ ਕੁਐਸਚਨ ਹੈ ਜਾਂ ਪ੍ਰਸ਼ਨ ਹੈ ਜੋ ਔਖਾ ਲੱਗਾ ਹੈ, ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸ ਦੇਵੋ। ਮੈਂ ਤੁਹਾਡੇ ਸਾਰੇ ਪ੍ਰਸ਼ਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੀ। ਸੋ ਇਸ ਦੀ ਚੰਗੀ ਤਰ੍ਹਾਂ ਆਪਣੇ ਘਰ ਬੈਠ ਕੇ ਦੁਬਾਰਾ ਦੁਹਰਾਈ ਕਰੋ।